ਗੁਰਮਤਿ ਵਿੱਚ ਗ੍ਰਸਥ ਜੀਵਨ ਦੀ ਪ੍ਰਧਾਨਤਾ ਇੰਪੋਰਟੈਂਸ ਕੀ ਹੈ, ਜੋ ਪਰਿਵਾਰਕ ਜੀਵਨ ਦੀ, ਉਹਦੇ ਸੰਬੰਧ ਆਪ ਜੀ ਨਾਲ ਕੋਈ ਸਾਂਝ ਪਾਉਣਾ ਚਾਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਇੱਥੇ ਆਗਮਨ ਤੋਂ ਪਹਿਲਾਂ, ਆਉਣ ਤੋਂ ਪਹਿਲਾਂ, ਜਿਸ ਤਰ੍ਹਾਂ ਹੋਰ ਫਿਰਕਿਆਂ ਦੇ, ਹੋਰ ਧਰਮਾਂ ਦੇ ਲੋਕ ਜਿਨ੍ਹਾਂ ਦੇ ਮਨ 'ਚ ਆਉਂਦਾ ਸੀ ਮਨ ਨੂੰ ਮਾਰਨਾ ਕਿੱਦਾਂ ਆ, ਪਰਮਾਤਮਾ ਨੂੰ ਕਿੱਦਾਂ ਮਿਲਣਾ, ਉਹ ਆਪਣੇ ਆਪਣੇ ਤਰੀਕਿਆਂ ਦੇ ਨਾਲ ਉਹ ਕੋਸ਼ਿਸ਼ ਕਰਦੇ ਸੀ, ਜਾਂ ਪਰਿਵਾਰ ਨੂੰ ਤਿਆਗ ਦੇਣਾ, ਸੰਸਾਰ ਨੂੰ ਛੱਡ ਦੇਣਾ, ਜੰਗਲਾਂ ਬੇਲਿਆਂ ਵਿੱਚ, ਬਨਾਂ ਵਿੱਚ ਜਾ ਕੇ ਵਾਸੇ ਕਰਨੇ ਮਨ ਨੂੰ ਮਾਰਨ ਵਾਸਤੇ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਉਹ ਗ੍ਰਸਥ ਧਰਮ ਨੂੰ ਪ੍ਰਧਾਨਤਾ ਦਿੱਤੀ ਹੈ ਕਿ ਅਕਾਲ ਪੁਰਖ ਜੀ ਦਾ ਮਿਲਾਪ ਵਾਸਤੇ ਸਾਨੂੰ ਸੰਸਾਰ ਨੂੰ, ਪਰਿਵਾਰ ਨੂੰ ਛੱਡਣ ਦੀ ਲੋੜ ਨਹੀਂ ਹੈ। ਇਸ ਵਿੱਚ ਰਹਿੰਦਿਆਂ ਹੋਇਆਂ ਹੀ, ਆਪਣੇ ਸਾਰੇ ਕਾਰਜ ਕਰਦਿਆਂ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਹੀ ਅਸੀਂ ਭਗਤੀ ਦੇ ਮਾਰਗ 'ਤੇ ਚੱਲ ਕੇ ਅਕਾਲ ਪੁਰਖ ਜੀ ਨੂੰ ਮਿਲ ਸਕਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਜੋ ਵੀ ਉਪਦੇਸ਼ ਸੰਸਾਰ 'ਤੇ ਆ ਕੇ ਕੀਤਾ, ਉਹ ਪਹਿਲਾਂ ਆਪ ਵੀ ਕਮਾਇਆ। ਫਾਰ ਐਗਜ਼ਾਮਪਲ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਦਾ ਸਭ ਤੋਂ ਜਿਹੜਾ ਉੱਤਮ ਉਪਦੇਸ਼, ਸਭ ਤੋਂ ਮਹਾਨ ਉਪਦੇਸ਼ ਹੈ ਸਿਮਰਨ, ਨਾਮ ਸਿਮਰਨ। ਤੇ ਗੁਰਬਾਣੀ ਵਿੱਚ ਬਹੁਤ ਉਦਾਹਰਨਾਂ ਹੁੰਦੀਆਂ ਕਿ ਪਾਤਸ਼ਾਹ ਜੀ ਨੇ ਪਹਿਲਾਂ ਆਪ ਵੀ ਨਾਮ ਸਿਮਰਨ ਬੰਦਗੀ ਦੇ ਵਿੱਚ ਲੀਨ ਹੋਏ। ਜਿਸ ਤਰ੍ਹਾਂ ਭੱਟਾਂ ਦੇ ਸੋਈਏ ਵਿੱਚ ਵੀ ਆਉਂਦਾ ਹੈ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਤੇ ਹੋਰ ਜਗ੍ਹਾ ਫਰਮਾਨ ਹੈ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੇ ਡਿੱਠਾ ਤਿਨਾਂ ਲਈ ਛਡਾਏ। ਭਾਈ ਗੁਰਦਾਸ ਜੀ ਵੀ ਵਾਰਾਂ ਵਿੱਚ ਬੜਾ ਸੁੰਦਰ ਲਿਖਦੇ ਹੈ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਿ ਸਿਉ ਬਣਾਈ। ਭਾਈ ਗੁਰਦਾਸ ਜੀ ਸਾਖੀ ਭਰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਨੇ ਬੜੀ ਭਾਰੀ ਤਪੱਸਿਆ ਕੀਤੀ ਨਾਮ ਸਿਮਰਨ ਵਾਲੀ, ਤੇ ਅਕਾਲ ਪੁਰਖ ਜੀ ਨਾਲ ਇੱਕ ਲੀਨ ਹੋਏ। ਸੋ ਜਿਸ ਤਰ੍ਹਾਂ ਕਿਰਤ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ, ਤੇ ਗੁਰੂ ਨਾਨਕ ਪਾਤਸ਼ਾਹ ਅਕਾਲ ਸਰੂਪ ਆਪ ਹੱਥੀਂ ਹਲ ਵਾਇਆ, ਕਿਰਤ ਕੀਤੀ, ਵੰਡ ਛਕਣ ਦਾ ਉਪਦੇਸ਼ ਕੀਤਾ, ਵੰਡ ਛਕਾਇਆ। ਸੋ ਇਸੇ ਤਰ੍ਹਾਂ ਗ੍ਰਸਥ ਜੀਵਨ ਨੂੰ ਜਿੱਥੇ ਪ੍ਰਧਾਨਤਾ ਦਿੱਤੀ, ਗੁਰੂ ਸਾਹਿਬ ਜੀ ਨੇ ਆਪ ਵੀ ਗ੍ਰਸਥ ਜੀਵਨ ਵਿੱਚ ਪ੍ਰਵੇਸ਼ ਕੀਤਾ, ਗ੍ਰਸਥ ਧਾਰਨ ਕੀਤਾ। ਗ੍ਰਸਥ ਜੀਵਨ ਵਿੱਚ ਪ੍ਰਵੇਸ਼ ਕਰਨ ਦਾ ਜੋ ਗੁਰਮਰਿਆਦਾ ਹੈ, ਉਹ ਹੈ ਆਨੰਦ ਕਾਰਜ। ਆਨੰਦ ਕਾਰਜ ਤੋਂ ਪਹਿਲਾਂ ਜਾਂ ਆਨੰਦ ਕਾਰਜ ਤੋਂ ਬਿਨਾਂ ਕੋਈ ਵੀ ਪੁਰਸ਼ ਇਸਤਰੀ ਉਹ ਪਤੀ ਪਤਨੀ ਦੇ ਰੂਪ ਵਿੱਚ ਪ੍ਰਵਾਨ ਨਹੀਂ ਹੁੰਦਾ। ਜਿਸ ਤਰ੍ਹਾਂ ਆਨ ਮਤ ਤਰੀਕਿਆਂ ਨਾਲ ਕੋਈ ਕੀਤਾ ਹੋਇਆ ਵਿਆਹ ਜਾਂ ਕੋਰਟ ਮੈਰਿਜ ਵਗੈਰਾ, ਉਹ ਗੁਰਮਤਿ ਵਿੱਚ ਪ੍ਰਵਾਨ ਨਹੀਂ ਹਨ। ਆਪ ਜੀ ਨੇ ਪੜ੍ਹਿਆ ਸੁਣਿਆ ਹੋਵੇਗਾ ਕਿ ਜਦੋਂ ਕੋਈ ਵੀ ਪਰਿਵਾਰ ਦੂਜੇ ਧਰਮਾਂ ਚੋਂ ਸਿੱਖ ਧਰਮ ਵਿੱਚ ਉਹਨਾਂ ਦੇ ਅੰਦਰ ਪਿਆਰ ਜਾਗਦਾ ਸੀ ਗੁਰਸਿੱਖੀ ਦਾ, ਤੋਂ ਅੰਮ੍ਰਿਤ ਛਕਣ ਵਾਸਤੇ ਤਿਆਰ ਹੁੰਦੇ ਸੀ। ਤੇ ਜਦੋਂ ਉਹ ਅੰਮ੍ਰਿਤ ਛਕਾਇਆ ਜਾਂਦਾ ਸੀ ਤਾਂ ਨਾਲ ਹੀ ਉਹਨਾਂ ਦਾ ਆਨੰਦ ਕਾਰਜ ਵੀ ਦੁਆਰਾ ਕੀਤਾ ਜਾਂਦਾ ਸੀ, ਕਿਉਂਕਿ ਉਹਨਾਂ ਦਾ ਗੁਰਮਰਿਆਦਾ ਅਨੁਸਾਰ ਪਹਿਲਾਂ ਵਿਆਹ ਨਹੀਂ ਸੀ ਹੋਇਆ ਹੁੰਦਾ। ਸੋ ਉਸੇ ਵਕਤ ਹੀ ਅੰਮ੍ਰਿਤ ਛਕਾਉਣ ਵੇਲੇ ਉਸ ਤੋਂ ਬਾਅਦ 'ਚ ਉਹਨਾਂ ਦਾ ਆਨੰਦ ਕਾਰਜ ਗੁਰਮਰਿਆਦਾ ਅਨੁਸਾਰ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਪੜ੍ਹ ਕੇ ਕੀਤਾ ਜਾਂਦਾ ਰਿਹਾ। ਸੋ ਕੇਵਲ ਤੇ ਕੇਵਲ ਆਨੰਦ ਕਾਰਜ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੋ ਗੁਰਮਰਿਆਦਾ ਪਾਤਸ਼ਾਹ ਨੇ ਬੱਧੀ ਆ, ਉਸ ਤੋਂ ਬਾਅਦ ਹੀ ਕੋਈ ਵੀ ਪੁਰਸ਼ ਇਸਤਰੀ ਪਤੀ ਪਤਨੀ ਰੂਪ ਵਿੱਚ ਪ੍ਰਵਾਨਿਤ ਕੀਤੇ ਜਾਂਦੇ ਹਨ। ਤੇ ਗੁਰੂ ਸਾਹਿਬ ਜੀ ਨੇ ਉਪਦੇਸ਼ ਕੀਤਾ ਕਿ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਹੀ ਨਿਰਲੇਪ ਰਹਿਣਾ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ, ਮਨ ਰੇ ਗ੍ਰਹਿ ਹੀ ਮਾਹੇ ਉਦਾਸ। ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਉਦਾਸ ਰਹਿਣਾ, ਗ੍ਰਸਥ ਨੂੰ ਤਿਆਗ ਕੇ ਨਹੀਂ, ਸੰਸਾਰ ਨੂੰ ਛੱਡ ਕੇ ਨਹੀਂ, ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਸਾਰੇ ਫਰਜ਼ ਨਿਭਾਉਂਦਿਆਂ ਹੋਇਆਂ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਉਦਾਸ ਰਹਿਣਾ। ਐਗਜ਼ਾਮਪਲਾਂ ਦਿੱਤੀਆਂ, ਜੈਸੇ ਜਲ ਮੈਂ ਕਮਲ ਅਲੇਪ। ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ ਹੋਇਆ ਨਿਰਲੇਪ ਰਹਿੰਦਾ ਹੈ,
ਜਿਸ ਤਰ੍ਹਾਂ ਮੁਰਗਾਈ ਪਾਣੀ ਦੇ ਵਿੱਚ ਹੁੰਦੀ ਆ ਪਰ ਉਹਦੇ ਪੰਖ ਨਹੀਂ ਭਿੱਜਦੇ, ਇਸ ਤਰ੍ਹਾਂ ਗ੍ਰਸਥ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਰਹਿਣਾ। ਮਨ ਰੇ ਗ੍ਰਹਿ ਮਾਹੇ ਉਦਾਸ, ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ। ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਨਾਮ ਸਿਮਰਨ ਰੂਪੀ ਸੱਚ ਸੰਜਮ ਕਰਨੀ, ਵਿਕਾਰਾਂ ਤੋਂ ਸੁਚੇਤ ਰਹਿਣਾ, ਦੂਰ ਰਹਿਣਾ, ਸੱਚ ਸੰਜਮ ਕਰਨੀ। ਗੁਰਮੁਖ ਹੋਏ ਪ੍ਰਗਾਸ। ਤੇ ਇਸ ਤੋਂ ਅੱਗੇ ਪੰਕਤੀ ਆਉਂਦੀ ਪਾਤਸ਼ਾਹ ਜੀ ਦੀ, ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਕਰੈ ਮੈਂ ਪਾਏ। ਜਿਹੜਾ ਮਨ ਆਨਮਤ ਬੰਦਿਆਂ ਨੇ ਘਰ-ਬਾਰ ਛੱਡ ਕੇ ਜੰਗਲਾਂ ਬੇਲਿਆਂ ਵਿੱਚ ਵਾਸੇ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਕੋ ਮਨ ਨਹੀਂ ਮਰਿਆ। ਉਹ ਮਨ ਗੁਰੂ ਦੇ ਸ਼ਬਦ ਦੁਆਰਾ, ਸਿਮਰਨ ਦੁਆਰਾ, ਸਿਮਰਨ ਦੇ ਪ੍ਰਤਾਪ ਸਦਕਾ ਘਰ ਵਿੱਚ ਰਹਿੰਦਿਆਂ ਹੀ ਮਾਰਿਆ ਜਾ ਸਕਦਾ। ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਕਰੈ ਮੈਂ ਪਾਏ। ਗਤੀ ਮੁਕਤੀ ਉਹ ਘਰ ਵਿੱਚ ਰਹਿੰਦਿਆਂ ਹੀ ਪਾਉਣੀ। ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ। ਹਰ ਕਾ ਨਾਮ ਧਿਆਉਣਾ ਤੇ ਸਤ ਸੰਗਤ ਵਿੱਚ ਸਦਾ ਮਿਲਾਪ ਰੱਖਣਾ, ਇਹ ਉਪਦੇਸ਼ ਪਾਤਸ਼ਾਹ ਜੀ ਨੇ ਕੀਤੇ ਆ ਕਿ ਪਰਿਵਾਰ ਵਿੱਚ ਰਹਿੰਦਿਆਂ ਇਹ ਕਰਨੀਆਂ ਕਮਾਉਣੀਆਂ। ਜਿਸ ਤਰ੍ਹਾਂ ਆਪ ਜੀ ਨੇ ਸਾਂਝ ਪਾਈ ਹੈ ਕਿ ਜਿਹੜਾ ਗ੍ਰਸਥ ਜੀਵਨ ਵਿੱਚ ਪ੍ਰਵੇਸ਼ ਕਰਨ ਦਾ ਜਿਹੜਾ ਗੁਰਮਰਜ਼ਾਦਾ ਹੋਏ ਆਨੰਦ ਕਾਰਜ ਦੀ। ਆਨੰਦ ਕਾਰਜ ਸੰਬੰਧੀ ਪਾਤਸ਼ਾਹ ਜੀ ਨੇ 4 ਪੌੜੇ ਫਰਮਾਨ ਕੀਤੇ ਗੁਰਬਾਣੀ ਅੰਦਰ, ਜਿਸ ਦਾ ਆਪਾਂ ਪਹਿਲੀ ਲਾਮ ਦਾ ਪਾਠ ਜਿਹੜਾ ਉਹਦੇ ਬਾਰੇ ਬਰੀਫਲੀ ਵਿਚਾਰ ਕਰਾਂਗੇ। ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦਿਰੜਾਇਆ ਬਾਲ ਰਾਮ ਜੀਓ। ਜਿਸ ਤਰ੍ਹਾਂ ਆਪ ਜੀ ਨੇ ਸਾਂਝ ਪਾਈ, ਗੁਰੂ ਪਾਤਸ਼ਾਹ ਜੀ ਨੇ ਸੰਸਾਰ ਨੂੰ ਤਜਣ ਦਾ ਨਹੀਂ, ਸੰਸਾਰ ਵਿੱਚ ਰਹਿਣਾ, ਪਰਿਵਾਰ ਵਿੱਚ ਰਹਿਣਾ। ਪ੍ਰਵਿਰਤ ਹੋਣ ਦਾ ਭਾਵ ਹੈ ਕਿ ਪਰਿਵਾਰ ਵਿੱਚ ਪ੍ਰਵਿਰਤ ਹੋਣਾ। ਨਿਰਵਿਰਤ ਧਰਮ ਨਹੀਂ ਧਾਰਨ ਕਰਨਾ, ਪ੍ਰਵਿਰਤ ਧਰਮ ਦਾ ਉਪਦੇਸ਼ ਹੈ। ਨਿਰਵਿਰਤ ਹੈ ਕਿ ਪਰਿਵਾਰ ਨੂੰ ਛੱਡ ਦੇਣਾ, ਪ੍ਰਵਿਰਤ ਹੋਣਾ ਕਿ ਗ੍ਰਸਥ ਧਾਰਨ ਕਰਨਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਿੜਾਇਆ ਬਲ ਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਇਸ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਬਾਣੀ ਹੀ ਸਾਡਾ ਵੇਦ ਬ੍ਰਹਮਾ ਹੈ। ਹੋਰ ਕੋਈ ਬ੍ਰਹਮਾ ਦੇ ਉਚਾਰੇ ਹੋਏ ਵੇਦਾਂ ਨੂੰ ਅਸੀਂ ਨਹੀਂ ਮੰਨਣਾ। ਪਰਿਵਾਰ ਵਿੱਚ ਗੁਰਮਤਿ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਬਾਣੀ ਹੀ ਸਾਡਾ ਸਭ ਕੁਝ ਹੈ, ਬਾਣੀ ਹੀ ਸਾਡਾ ਵੇਦ ਹੈ। ਇਸ ਧਰਮ ਨੂੰ ਦ੍ਰਿੜ ਕਰਨਾ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲ ਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਧਿਆਵੋ। ਸੇ ਇਸ ਗੁਰਬਾਣੀ ਜੀ ਨੇ ਸਾਨੂੰ ਕਿਹੜਾ ਧਰਮ ਦ੍ਰਿੜ ਕਰਵਾਇਆ? ਨਾਮ ਸਿਮਰਨ ਵਾਲਾ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਇਸ ਤਰ੍ਹਾਂ ਗ੍ਰਸਥ ਜੀਵਨ ਵਿੱਚ ਰਹਿੰਦਿਆਂ ਸੱਚ ਸੰਜਮ ਕਰਨੀ ਕਾਰ ਕਮਾਉਂਦਿਆਂ ਸਾਰੇ ਕਿਲ ਵਿਖ ਪਾਪ ਦੂਰ ਹੋ ਜਾਂਦੇ ਹਨ। ਤੇ ਜਿਹੜਾ ਪਰਿਵਾਰ ਗੁਰਸਿੱਖ ਇਸ ਸੱਚ ਸੰਜਮ ਕਰਨੀ ਰੂਪੀ ਨਾਮ ਧਿਆਨ ਰੂਪੀ ਧਰਮ ਕਮਾਉਂਦਾ ਹੈ, ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਲੀਠਾ ਲਾਇਆ। ਉਹ ਸਹਿਜ ਤੇ ਆਨੰਦ ਦੀ ਅਵਸਥਾ ਨੂੰ ਪਹੁੰਚ ਜਾਂਦਾ ਹੈ। ਸੋ ਜਿਸ ਤਰ੍ਹਾਂ ਆਪ ਜੀ ਨਾਲ ਸਾਂਝ ਪਾਈ ਕਿ ਕੇਵਲ ਆਨੰਦ ਕਾਰਜ ਗੁਰਮਰਜ਼ਾਦਾ ਕੀਤਾ ਅਨੁਸਾਰ ਆਨੰਦ ਕਾਰਜ, ਉਸ ਤੋਂ ਬਾਅਦ ਹੀ ਅਸੀਂ ਗ੍ਰਸਥ ਧਰਮ ਵਿੱਚ ਪ੍ਰਵੇਸ਼ ਕਰਦੇ ਹਾਂ। ਕੋਈ ਵੀ ਪੁਰਸ਼ ਇਸਤਰੀ ਪਤੀ ਪਤਨੀ ਨੂੰ ਪ੍ਰਵਾਨ ਹੁੰਦਾ ਹੈ। ਇੱਥੇ ਇੱਕ ਵਿਚਾਰ ਕਰਨੀ ਦੱਸ ਜ਼ਰੂਰੀ ਸਮਝਦਾ ਸੀ ਕਿ ਪੁਰਾਤਨ ਸਮੇਂ ਦੇ ਵਿੱਚ ਜਦੋਂ ਵੀ ਕੋਈ ਲੜਕਾ ਲੜਕੀ ਆਨੰਦ ਕਾਰਜ ਵਾਸਤੇ ਜਦੋਂ ਉਹਨਾਂ ਦਾ ਸਮਾਂ ਆਉਂਦਾ ਸੀ, ਆਪ ਜਦੋਂ ਕੋ ਆਜੂ ਮੁਤਾਬਕ ਉਮਰ ਮੁਤਾਬਕ ਏਜ ਹੋ ਜਾਂਦੀ ਸੀ ਕਿਸੇ ਬੱਚੇ ਦਾ ਬੱਚੀ ਦਾ ਆਨੰਦ ਕਰਨ ਵਾਸਤੇ, ਤਾਂ ਉਹਨਾਂ ਦੇ ਮਾਤਾ ਪਿਤਾ ਪੇਰੈਂਟਸ ਸੋਚਦੇ ਸੀ ਕਿ ਜੇ ਲੜਕੀ ਆ ਤਾਂ ਉਹਦੇ ਵਾਸਤੇ ਵਰ ਦੇਖਣਾ, ਤੇ ਜੇ ਲੜਕਾ ਤੇ ਕੰਨਿਆ ਲੜਕੀ ਗੁਰਸਿੱਖ ਦੇਖਣੀ। ਉਹਦੇ ਵਾਸਤੇ ਪੁਰਾਤਨ ਸਮੇਂ 'ਤੇ ਗੁਰਸਿੱਖ ਵਿੱਚ ਕਿਸ ਤਰ੍ਹਾਂ ਚੋਣ ਕਰਦੇ ਸੀ? ਪੁਰਾਤਨ ਸਮੇਂ ਦੇ ਵਿੱਚ ਗੁਰਮਤ ਨੂੰ ਗੁਰਸਿੱਖੀ ਨੂੰ ਪਹਿਲ ਦਿੱਤੀ ਜਾਂਦੀ ਸੀ ਕਿ ਜੇ ਕੋਈ ਸਾਕ ਲੱਭਣਾ ਹੈ ਬੱਚੀ ਵਾਸਤੇ ਗੁਰਸਿੱਖ ਲੱਭਣਾ, ਬੱਚੀ ਅੰਮ੍ਰਿਤਧਾਰੀ ਹੈ ਤੇ ਅੰਮ੍ਰਿਤਧਾਰੀ ਸਿੰਘ ਲੱਭਣਾ। ਸਭ ਤੋਂ ਪਹਿਲਾਂ ਪਹਿਲ ਜਿਹੜੀ ਗੁਰਸਿੱਖੀ ਦੀ ਦਿੱਤੀ ਜਾਂਦੀ ਸੀ, ਉਸ ਤੋਂ ਬਾਅਦ ਵਿੱਚ ਬਾਕੀ ਗੱਲਾਂ। ਜਿੱਥੇ ਗੁਰਮਤ ਗੁਰਸਿੱਖੀ ਦਿਸ ਪੈਂਦੀ ਸੀ ਉੱਥੇ ਗੁਰਸਿੱਖ ਪਰਿਵਾਰ ਕੋਈ ਜਾਤ ਗੋਤ ਅਮੀਰੀ ਗਰੀਬੀ ਕਾਲੇ ਗੋਲੇ ਦਾ ਫਰਕ ਇੱਦਾਂ ਦਾ ਮਤਲਬ ਕਿ ਸਰੀਰਾਂ ਦੀ ਗੱਲ ਨਹੀਂ ਸੀ ਹੁੰਦੀ। ਉੱਥੇ ਕੇਵਲ ਗੁਰਮਤ ਦੀ ਗੱਲ ਹੁੰਦੀ ਸੀ। ਇੱਕ
रंगले सज्जन विचों आप जी ਨਾਲ ਜਿਹੜੀ ਅਰਦਾਸ ਸਾਂਝ ਪਾਉਣੀ ਜ਼ਰੂਰੀ ਸਮਝਦਾ। ਆਪ ਜੀ ਨੇ ਪੜ੍ਹਿਆ ਹੋਣਾ ਨਾਰੰਗਵਾਲ ਦੇ ਨੇੜੇ ਪਿੰਡ ਰਾਏਪੁਰ, ਜਿੱਥੋਂ ਦੇ ਰਹਿਣ ਵਾਲੇ ਨਾਮ ਰਸੀਏ ਉੱਚੇ ਸੁੱਚੇ ਜੀਵਨ ਵਾਲੇ ਭਾਈ ਜੋਗਿੰਦਰ ਸਿੰਘ ਜੀ, ਜਿਨ੍ਹਾਂ ਦਾ ਜੀਵਨ ਆਪ ਜੀ ਨੇ ਰੰਗਲ ਸੱਜਣ ਵਿੱਚ ਪੜ੍ਹਿਆ ਹੋਵੇਗਾ। ਬੜੇ ਉੱਚੇ ਸੁੱਚੇ ਜੀਵਨ ਵਾਲੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਹੋ ਰਹੇ ਸਨ। ਭਾਈ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਦਲੇਰ ਕੌਰ ਦਾ ਆਨੰਦ ਕਾਰਜ ਸੀ, ਤੇ ਜਿੱਥੇ ਬਾਕੀ ਸਿੱਖ ਸੰਗਤਾਂ ਆਈਆਂ ਹੋਈਆਂ ਸਨ, ਉੱਥੇ ਰਾਏਪੁਰ ਵਾਲੇ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਵੀ ਆਪਣੀ ਬੱਚੀ ਸ਼ਰਨ ਕੌਰ ਦੇ ਨਾਲ ਆਏ ਹੋਏ ਸਨ, ਕੇਵਲ ਆਨੰਦ ਕਾਰਜ ਸਮਾਗਮ ਵਿੱਚ ਸ਼ਾਮਲ ਹੋਣ ਲਈ। ਸ੍ਰੀ ਅਖੰਡ ਪਾਠ ਸਾਹਿਬ ਹੋ ਰਿਹਾ ਸੀ ਦੂਜੀ ਮੰਜ਼ਿਲ ਵਿੱਚ, ਤੇ ਪਿੰਡ ਬੜੂੰਦੀ ਤੋਂ ਮਾਸਟਰ ਜੋਗਿੰਦਰ ਸਿੰਘ ਜੀ ਬੜੂੰਦੀ ਵਾਲੇ ਦੇ ਨਾਲ ਆਪ ਜੀ ਨੇ ਸੁਣੇ ਹੋਣੇ, ਉਹ ਸ੍ਰੀ ਅਖੰਡ ਪਾਠ ਸਾਹਿਬ ਕਰ ਰਹੇ ਸਨ, ਬੜੇ ਹੀ ਆਨੰਦ ਵਿੱਚ, ਬੜੇ ਰੰਗਾਂ ਦੇ ਵਿੱਚ, ਬੜੇ ਉੱਚੇ ਜੀਵਨ ਵਾਲੇ, ਅਜੇ ਯੰਗ ਸਨ, ਥੋੜੀ ਥੋੜੀ ਚਿਹਰੇ ਤੇ ਦਾੜੀ ਫੁੱਟਦੀ ਸੀ, ਬੜੇ ਰੰਗਾਂ ਵਿੱਚ ਪਾਠ ਕਰ ਰਹੇ ਸਨ। ਸੁਣਨ ਵਾਲੇ ਵੀ ਬੜੇ ਆਨੰਦਿਤ ਹੋ ਰਹੇ ਸਨ। ਤੇ ਹਜ਼ੂਰੀ ਵਿੱਚ ਬੈਠੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤੇ ਨਾਲ ਹੀ ਸਾਥ ਬੈਠੇ ਭਾਈ ਜੋਗਿੰਦਰ ਸਿੰਘ ਜੀ ਰਾਏਪੁਰ ਵਾਲੇ ਪਾਠ ਸੁਣ ਰਹੇ ਸਨ। ਤੇ ਭਾਈ ਬੜੂੰਦੀ ਵਾਲੇ ਭਾਈ ਸਾਹਿਬ ਜੀ ਦੇ ਪਾਠ ਕਰਨ ਦਾ ਐਸਾ ਗਹਿਰਾ ਡੂੰਘਾ ਅਸਰ ਭਾਈ ਜੋਗਿੰਦਰ ਸਿੰਘ ਜੀ ਦੇ ਮਨ ਤੇ ਪਿਆ, ਤੇ ਉਹਨਾਂ ਨੇ ਹੌਲੀ ਜਿਹੀ ਭਾਈ ਸਾਹਿਬ ਜੀ ਦੇ ਕੋਲ ਜਾ ਕੇ ਕਿਹਾ ਕਿ ਆਪਣੀ ਬੱਚੀ ਸ਼ਰਨ ਕੌਰ ਵਾਸਤੇ ਵਰ ਦੇਖਣਾ ਤਾਂ ਉਹ ਦੇਖਣਾ ਇਹੋ ਜਿਹਾ ਹੋਵੇ ਸਿੰਘ ਜਿਹੜਾ ਪਾਠ ਕਰ ਰਿਹਾ। ਤਾਂ ਭਾਈ ਸਾਹਿਬ ਜੀ ਦੇ ਮੁਖੋਂ ਸਹਿਜ ਸੁਭਾਈ ਨਿਕਲ ਗਿਆ, ਕਹਿੰਦੇ ਇਹੋ ਜਿਹਾ ਤਾਂ ਫਿਰ ਇਹੋ ਹੀ ਆ। ਤੇ ਭਾਈ ਜੋਗਿੰਦਰ ਸਿੰਘ ਜੀ ਉਸੇ ਵੇਲੇ ਬੜੇ ਦ੍ਰਿੜ ਇਰਾਦੇ ਦੇ ਨਾਲ ਕਹਿਣ ਲੱਗੇ, ਠੀਕ ਹੈ ਜੀ, ਦਲੇਰ ਕੌਰ ਜੀ ਦੇ ਆਨੰਦਕਾਰ ਤੋਂ ਬਾਅਦ ਇੱਥੇ ਹੀ ਉਹਨਾਂ ਦਾ ਵੀ ਆਨੰਦਕਾਰ ਕਰ ਦਿੱਤਾ ਜਾਵੇ। ਤੇ ਭਾਈ ਸਾਹਿਬ ਕਹਿੰਦੇ ਠੀਕ ਹੈ ਜੇ ਆਪ ਜੀ ਦੀ ਲੋਚਾ ਇਸ ਤਰ੍ਹਾਂ ਹੋ ਜਾਏਗਾ, ਪਰ ਇੱਕ ਜ਼ਰੂਰੀ ਬੇਨਤੀ ਹੈ, ਰਿਕੁਐਸਟ ਹੈ, ਉਹ ਜ਼ਰੂਰੀ ਤੁਹਾਨੂੰ ਮੰਨਣੀ ਹੋਵੇਗੀ। ਕਹਿੰਦੇ ਦੱਸੋ? ਕਹਿੰਦੇ ਪਹਿਲਾਂ ਬੀਬੀ ਸ਼ਰਨ ਕੌਰ ਦੀ ਸਹਿਮਤੀ ਲੈ ਲਓ, ਉਹਨਾਂ ਨੂੰ ਸਿੰਘ ਦਿਖਾ ਦਿਓ ਜ਼ਰੂਰ। ਵੈਸੇ ਉਸ ਸਮੇਂ ਇਦਾਂ ਦਾ ਕੋਈ ਰਿਵਾਜ ਹੈ ਨਹੀਂ ਸੀ ਕਿ ਬੱਚਿਆਂ ਨੂੰ ਜਾਂ ਬੱਚੇ ਨੂੰ ਬੱਚੀ ਦਿਖਾਉਣੀ ਜ਼ਰੂਰੀ ਸਮਝਣ, ਪਰ ਇਹਦੇ ਪਿੱਛੇ ਵੀ ਕੋਈ ਰੀਜ਼ਨ ਸੀ, ਕੋਈ ਕਾਰਨ ਸੀ, ਜਿਹਦਾ ਅੱਗੇ ਜਾ ਕੇ ਆਪਾਂ ਜ਼ਿਕਰ ਕਰਦੇ ਹਾਂ, ਜਿਸ ਕਰਕੇ ਭਾਈ ਸਾਹਿਬ ਨੇ ਕਿਹਾ ਸੀ। ਸੋ ਭਾਈ ਸਾਹਿਬ ਜੀ ਮੰਨ ਕੇ ਕਹਿੰਦੇ ਠੀਕ ਹੈ ਜੀ, ਤੇ ਨਾਲ ਮਾਤਾ ਜੀ ਉੱਥੇ ਭਾਈ ਸਾਹਿਬ ਜੀ ਦੀ ਸੁਪਤਨੀ ਬੀਬੀ ਕਰਤਾਰ ਕੌਰ ਜੀ ਬੈਠੇ, ਉਹਨਾਂ ਨੂੰ ਭਾਈ ਸਾਹਿਬ ਜੀ ਨੇ ਕਿਹਾ ਕਿ ਥੱਲੇ ਜਾ ਕੇ ਬੀਬੀ ਸ਼ਰਨ ਕੌਰ ਜਿਹੜੇ ਲੰਗਰ 'ਚ ਸੇਵਾ ਕਰਦੇ ਸੀ, ਉਹਨਾਂ ਨੂੰ ਸਾਰੀ ਜਾ ਕੇ ਗੱਲ ਸਮਝਾਓ ਕਿ ਇਸ ਤਰ੍ਹਾਂ ਤੁਹਾਡੇ ਵਾਸਤੇ ਵਰ ਅਸੀਂ ਦੇਖਿਆ ਆ, ਤੇ ਉਹ ਤੁਹਾਡੀ ਸਹਿਮਤੀ ਚਾਹੁੰਦੇ ਆ। ਤੇ ਮਾਤਾ ਜੀ ਨੇ ਥੱਲੇ ਜਾ ਕੇ ਜਦੋਂ ਬੀਬੀ ਸ਼ਰਨ ਕੌਰ ਜੀ ਦੇ ਨਾਲ ਇਹ ਗੱਲ ਸਾਰੀ ਸਾਂਝੀ ਕੀਤੀ ਕਿ ਤੁਹਾਡੇ ਵਾਸਤੇ ਤੁਹਾਡੇ ਪਿਤਾ ਜੀ, ਤੁਹਾਡੇ ਤਾਇਆ ਜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਰਾਂ ਨੇ ਇੱਕ ਵਾਰ ਦੇਖਿਆ ਹੈ, ਪਰ ਉਹ ਤੁਹਾਡੀ ਸਹਿਮਤੀ ਚਾਹੁੰਦੇ ਨੇ, ਤਾਂ ਬੱਚੀ ਸ਼ਰਨ ਕੌਰ ਜੀ ਨੇ ਕਿਹਾ ਬੜੇ ਨਿਮਰਤਾ ਸਹਿਤ ਕਿ ਜੋ ਭਾਈ ਸਾਹਿਬ ਜੀ ਤਾਇਆ ਜੀ ਤੇ ਮੇਰੇ ਪਿਤਾ ਜੀ ਨੇ ਮੇਰੇ ਵਾਸਤੇ ਵਰ ਦੇਖਿਆ, ਉਤੋਂ ਬਾਹਰ ਕੌਣ ਦੇਖ ਸਕਦਾ ਮੇਰੇ ਵਾਸਤੇ, ਇਹ ਮੇਰੇ ਭਲੇ 'ਚ ਹੀ ਹੋਏਗਾ। ਸੋ ਮੇਰੀ ਸਹਿਮਤੀ ਦੀ ਬਿਲਕੁਲ ਲੋੜ ਨਹੀਂ, ਮੈਨੂੰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ। ਤਾਂ ਅਜੇ ਇਹ ਗੱਲਾਂ ਬਾਤਾਂ ਹੀ ਕਰ ਰਹੇ ਸਨ ਮਾਤਾ ਜੀ ਤੇ ਬੱਚੀ ਸ਼ਰਨ ਕੌਰ, ਕੁਦਰਤੀ ਉਹ ਅਖੰਡ ਪਾਠ ਸਾਹਿਬ ਦੀ ਰੌਲ ਚੇਂਜ ਹੋ ਗਈ, ਤੇ ਜਿਹੜੇ ਸਿੰਘ ਪਾਠ ਕਰ ਰਹੇ ਸਨ ਭਾਈ ਮਾਸਟਰ ਜੋਗਿੰਦਰ ਸਿੰਘ ਬੜੂੰਦੀ ਵਾਲੇ, ਉਹ ਉੱਪਰੋਂ ਥੱਲੇ ਆ ਰਹੇ ਸੀ, ਤੇ ਜਿੱਥੇ ਮਾਤਾ ਜੀ ਤੇ ਸ਼ਰਨ ਕੌਰ ਜੀ ਗੱਲਾਂ ਬਾਤਾਂ ਕਰਦੇ ਉਹਨਾਂ ਦੇ ਕੋਲ ਦੀ ਲੰਘ ਹੈ। ਤੇ ਜਦੋਂ ਮਾਤਾ ਜੀ ਨੇ ਇਸ਼ਾਰਾ ਕੀਤਾ ਇਹ ਸਿੰਘ ਹੈ, ਉਹ ਭਾਈ ਸਾਹਿਬ ਜੀ ਦੇ ਕੁਦਰਤੀ ਜਮਾਨ ਰੂਪ ਆਪ ਜਨਮ ਤੋਂ ਹੀ ਪੈਰ ਵਿੰਗੇ ਸਨ, ਤੇ ਉਹ ਮਤਲਬ ਸਹੀ ਤਰ੍ਹਾਂ ਤੁਰ ਵੀ ਨਹੀਂ ਸੀ ਸਕਦੇ ਸਨ। ਤੇ ਜਦੋਂ ਮਾਤਾ ਜੀ ਨੇ ਕਿਹਾ ਕਿ ਇਸ ਤਰ੍ਹਾਂ ਇਹਨਾਂ ਦੇ ਪੈਰ ਜਮਾਂਦਰੂ ਹੀ ਇਸ ਤਰ੍ਹਾਂ ਦੇ ਹਨ, ਤੇ ਤੁਸੀਂ ਦੇਖ ਲਓ, ਬਾਅਦ ਵਿੱਚ ਤੁਸੀਂ ਇਤਰਾਜ਼ ਨਾ ਕਰਿਓ। ਤਾਂ ਉਸ ਵੇਲੇ ਬੀਬੀ ਸ਼ਰਨ ਕੌਰ ਜੀ ਨੇ ਜਿਹੜਾ ਜਵਾਬ ਦਿੱਤਾ ਉਹ ਬੜਾ ਹੈਰਾਨ ਕਰਨ ਵਾਲਾ ਸੀ ਕਿ ਮਾਤਾ ਜੀ ਉਸ ਬੀਬੀ ਰਜਨੀ ਜਿਸ ਨੂੰ ਉਹਨਾਂ ਦੇ ਪਿਤਾ ਨੇ ਪਿੰਗਣੇ ਨਾਲ ਵਿਆਹ ਦਿੱਤਾ ਸੀ, ਉਹਨਾਂ ਦੇ ਸਿਦਕ ਭਰੋਸੇ ਨੂੰ ਕਿੰਨੇ ਫਲ ਲੱਗੇ ਉਹ ਆਪਾਂ ਜਾਣਦੇ ਹਾਂ, ਤੇ ਉਹਦੇ ਨਾਲੋਂ ਤਾਂ ਨਹੀਂ ਮੈਨੂੰ ਮਤਲਬ ਇਹ ਕੋਈ ਤੁਹਾਨੂੰ ਲੱਗ ਰਿਹਾ, ਮੈਨੂੰ ਸਭ ਪ੍ਰਵਾਨ ਹੈ।
इस तरह का उन्होंने जवाब सुन के माता जी बड़े हैरान होए। तो जदों बापू जी हुणां नूं दस्सिया भाई साहब जी होरां नूं उन्हां दे पिता जी नूं, तो वो भी बहुत खुश होए। तो वो उत्थे ही फिर बीबी दलेर कौर जी तो बाद इन्हां दोनों का आनंद कारज किया गया। मास्टर जोगिंदर सिंह बुड़िंदी वाले ते बीबी शरण कौर जी का। तो भाई साहब लिखते एक तरह की एग्जाम्पल अपने आप विच ये कायम रहेगी। ना कोई भाई साहब जी ने, भाई जोगिंदर सिंह शरण कौर जी के पिता जी ने कोई गोत जात पुछी, ना कोई घर घाट देखिया कि ये गरीब हैं अमीर हैं, किन्नी क प्रॉपर्टी है, इन्हां दी किन्नी इनकम है, कुछ नहीं देखिया। एक गुरमत, एक गुरसिੱਖੀ अंदर देखी ते उहदे नाल ही बच्ची का आनंद कारज कर दिता। हुण अजकल समय दे विच बिना शक के जागृति ते आई आ। भाई साहब दे समय जात बरादरी का आम लोकां दे विच बहुत ज़्यादा फर्क किया जाता सी कि कोई भी उच्ची जाति का लो कास्ट दे विच अपना कदे भी कोई बच्चे का आनंद कारज जां अपना करन वास्ते कोई तैयार नहीं सी हुंदा। ईवन जिस परिवार विचों कोई करदा सी तां दूजे बड़ी नफरत करदे सन। एक एग्जाम्पल रंगले सज्जण विच जथेदार राम सिंह जी दी भी आउंदी है, जिहड़े कि वो भी नारगवाल दे नेड़े रहण वाले सन। उन्होंने अपना आनंद कारज सारे बंधन तोड़ के लो कास्ट विच नीची जात विच कीता सी। ते उन्हां दे साक संबंधी पिंड वालियां ने इन्नियां धमकियां दियां कि तेरा बाईकाट कर देंगे, तेरे नाल मिलना वरतना नहीं। जो कि जदों भाई साहब जी कोल आए भाई राम सिंह जी, तो भाई साहब बड़े खुश होए, बड़ा दलेराना मतलब तुसीं काम कीता आ, सारे बंधन जात पात ते तोड़ के एक नीवीं जात विच तुसीं आनंद कारज कराया। भाई साहब सारे जथे नाल उत्थे गए ते पूर्ण गुरमर्यादा अमृत संचार किया, दोनों नूं अमृत छकाया ते फिर छका के भेद कर लिया। ते जिहड़े पिंड वाले वो धमकियां दिंदे सी कि असीं तुहाडा बाईकाट कर देंगे, तो भाई जथेदार राम सिंह जी ने सबना नालों नहत्ता तोड़ लिया। गुरसिੱਖਾਂ नाल ही लेवा दी संतन स्यों मेरी लेवा देवी, संतन स्यों व्यवहारा। तो हौली हौली पिंड वाले भी सारे सहमत हो गए। सो पुरातन समय दे विच केवल गुरसिੱਖੀ गुरमत नूं पहल दित्ती जांदी सी, पर अजकल गुरसिੱਖ परिवारां दे विच भी कुछ ऐसियां गल्लां शामिल होंदियां जो गुरमत दे नाल मेल नहीं खांदियां, जिवें जात पात दा भरम भेद, काले गोरे दा, होर कई तरह दीयां जिहड़ियां गुरमत नाल गल्लां मेल नहीं खांदियां गुरमत नूं पिछे रख के। ये आप जी ने तां जिक्र किया दास ने कि एक बड़ा ही गंभीर मसला अज बच्चियां बारे आ रहा, जो कि जिक्र करना बहुत जरूरी है। वो है कोई अंदरूनी जो हारमोन्स की प्रॉब्लम नाल बच्चियां दे चेहरे ते रोम आ जाते हैं। हुण कित्थे बच्ची शरण कौर जी की एग्जाम्पल, जिन्हां ने वो सिंह जिहड़ा चंगी तरह चल फिर नहीं मतलब सकता, पैर विंगे सी, एक गुरमत देख के उन्होंने क्या प्रवान किया और एक जीवन उन्होंने इन्ने प्यार विच जीविया, एक एग्जाम्पल सी, आधार सी। पर अज हुण की हो गया कि साडे बच्चों के पेरेंट्स उत्थे आनंद कारज वास्ते करने वास्ते नाता जोड़न वास्ते करने वास्ते तैयार नहीं, जिन्हां बच्चों के चेहरे ते रोम आ जाते हैं। किन्ना साडा उन्हां दा डिफरेंस हो गया। असीं बाहरी स्वरूप देखण लग पए, पर अंदरली गुरमत देखनी जिहड़ी वो पिछे छड्ड दित्ती। कित्थे उन्होंने भाई साहब जी होरां वल्लों रिश्ता किया, प्रवान मतलब खिड़े मत्थे प्रवान किया, पर असीं जात पात दे बंधनां विच भी फस गए हाँ, काले गोरे दे बंधनां फस गए हाँ। जिन्हां बच्चियां सिदकवान बच्चियां ने अपने चेहरे ते वाल वालों नूं कदे भी कटवाया नहीं, बेअदबी नहीं कराई कि ये एक बंजर कुरैत शामिल हुंदा है, तो साडे ना कोई भुजंगी छेती कीते तैयार हुंदा ते ना पेरेंट्स ही तैयार हुंदे आ कि असीं बच्ची नाल अपने बच्चे दा उत्थे रिश्ता गण दईए। जिस करके साडियां बच्चियां भी डोल जांदियां बहुत कि रोमां दी बेअदबी करन लग पैंदियां। बिना शक एक कमज़ोरी भी है, पर उहदे वास्ते असीं भी कसूरवार हाँ कि उन्हां नाल नफरत करन वाली, उन्हां दा एक तरह ही बाईकाट कीता होया है।
ਸੋ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਗੁਰਸਿੱਖ ਦਲੇਰਾਨਾ ਕਾਰਜ ਕਰਦੇ ਸੀ, ਅੱਗੇ ਆਉਂਦੇ ਸੀ ਕਿ ਅਸੀਂ ਲੋ ਕਾਸਟ ਵਿੱਚ ਆਨੰਦ ਕਾਰਜ ਕਰਵਾਵਾਂਗੇ, ਬੰਦਰਾਂ ਨੂੰ ਤੋੜਾਂਗੇ, ਇੱਕ ਐਗਜ਼ਾਮਪਲ ਬਣਦੇ ਸੀ। ਸਾਡੇ ਬੱਚਿਆਂ ਨੂੰ ਵੀ ਅੱਗੇ ਆਉਣਾ ਚਾਹੀਦਾ, ਸਭ ਬੱਚਿਆਂ ਦੇ ਪੇਰੈਂਟਸ ਨੂੰ ਆਉਣਾ ਚਾਹੀਦਾ ਕਿ ਉਹਨਾਂ ਬੱਚਿਆਂ ਨਾਲ ਕੋਈ ਨਫ਼ਰਤ ਦੀ ਨਿਗਾਹ ਨਾ ਦੇਖਿਆ ਜਾਵੇ। ਇਹ ਕੁਦਰਤ ਦੀ ਦਾਤ ਹੈ, ਕੁਦਰਤ ਦੀ ਦਾਤ ਹੈ। ਜੇ ਸਾਡੇ ਕੇਸ 10 ਦੁਆਰੇ ਹੈਗੇ ਨੇ, ਸਿਰ ਤੇ ਹੈਗੇ ਨੇ, ਹੋਰ ਸਰੀਰ ਤੇ ਜੇ ਚਿਹਰੇ ਤੇ ਆਣ, ਇਹ ਕੁਦਰਤ ਦੇ ਵੱਸ ਹੈ, ਕਿਸੇ ਦੇ ਆਪਣੇ ਵੱਸ ਨਹੀਂ ਹੈ। ਸੋ ਇਹ ਗੱਲ ਬੜੀ ਧਿਆਨ ਦੇਣ ਯੋਗ ਹੈ। ਸੋ ਆਨੰਦ ਕਾਰਜ ਦੇ ਸਮੇਂ ਗੁਰਮਰਜ਼ਾਦਾ ਦਾ ਖਿਆਲ ਰੱਖਣਾ ਚਾਹੀਦਾ ਸਾਨੂੰ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੇ ਲੜੀਵਾਰ ਸਰੂਪ ਪ੍ਰਕਾਸ਼ਿਤ ਹੋਣ, ਗੁਰੂ ਸਾਹਿਬ ਜੀ ਦੇ ਹਾਜ਼ਰੀ ਦੇ ਵਿੱਚ ਜੋ ਪਹਿਰਾਵਾ ਹੈ ਗੁਰਸਿੱਖੀ ਵਾਲਾ ਹੋਣਾ ਚਾਹੀਦਾ ਆ। ਅੱਜ ਕੱਲ੍ਹ ਸਾਡੇ ਬੱਚੇ ਆਨ ਮਤ ਵੱਲ ਦੇਖ ਦੇਖ ਕੇ ਉਹਨਾਂ ਵਰਗਾ ਹੀ ਪਹਿਰਾਵਾ ਪਹਿਨਣ ਲੱਗ ਪਏ ਹਨ, ਜੋ ਕਿ ਸ਼ੋਭਦਾ ਨਹੀਂ। ਗੁਰਸਿੱਖੀ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਤੇ ਬਾਣੇ ਦੋਨਾਂ ਨਾਲ ਪਿਆਰ ਬਖਸ਼ਿਸ਼ ਕੀਤਾ ਹੈ। ਆਨੰਦ ਕਾਰਜ ਤੋਂ ਬਾਅਦ ਗ੍ਰਸਥ ਜੀਵਨ ਗੁਰਮਤਿ ਅਨੁਸਾਰ ਕੀ ਹੈ। ਰੰਗਲੇ ਗੁਰਮੁਖ ਪਿਆਰੇ ਭਾਈ ਸਾਹਿਬ ਡਾਕਟਰ ਸੁਰਿੰਦਰ ਸਿੰਘ ਜੀ ਉਹ ਗ੍ਰਸਥ ਜੀਵਨ ਸੰਬੰਧੀ ਕਾਫੀ ਕੁਛ ਸਿੱਖਿਆਦਾਇਕ ਆਪਣੇ ਜੀਵਨ ਦੀਆਂ ਘਟਨਾਵਾਂ ਲਿਖ ਕੇ ਗਏ ਨੇ। ਉਹ ਦੱਸਦੇ ਸਨ, ਉਹਨਾਂ ਦੇ ਸੰਬੰਧ ਵਿੱਚ ਉਹਨਾਂ ਦੇ ਸੰਗੀ ਸੱਚ ਵੀ ਦੱਸਦੇ ਸਨ ਕਿ ਡਾਕਟਰ ਸਾਹਿਬ ਜਿਸ ਪਰਿਵਾਰ ਦੇ ਵਿੱਚ ਕੋਈ ਛੋਟਾ ਮੋਟਾ ਕਲੇਸ਼ ਰਹਿੰਦਾ ਜਾਂ ਝਗੜਾ ਰਹਿੰਦਾ, ਉੱਥੇ ਪੈਰ ਨਹੀਂ ਸੀ ਪਾਉਂਦੇ ਹੁੰਦੇ। ਸਾਰਿਆਂ ਪਰਿਵਾਰਾਂ ਨੂੰ ਆਪਣੇ ਪਰਸਪਰ ਪਿਆਰ ਨਾਲ ਰਹਿਣ ਦਾ ਉਹ ਉਪਦੇਸ਼ ਕਰਦੇ ਹੁੰਦੇ ਸੀ। ਡਾਕਟਰ ਸਾਹਿਬ 12 ਸਾਲ ਦੀ ਉਮਰ ਵਿੱਚ ਹੀ ਸੀ ਜਦੋਂ ਉਹਨਾਂ ਦੇ ਛੋਟੀ ਉਮਰ ਵਿੱਚ ਹੀ ਮਾਤਾ ਪਿਤਾ 2 ਸਾਲ ਦੇ ਫਰਕ ਨਾਲ ਚੜ੍ਹਾਈ ਕਰ ਗਏ ਸੀ। ਤਾਂ ਉਹ ਦੱਸਦੇ ਸਿੰਘ ਜੀ, ਭਾਈ ਇਹਨਾਂ ਦੇ ਪਿਤਾ ਜੀ ਭਾਈ ਹਰਚਰਨ ਸਿੰਘ ਜੀ, ਮਾਤਾ ਤੇਜ ਕੌਰ ਜੀ, ਜਿੱਦਾਂ ਗੁਰਸਿੱਖ ਦਾ ਹਰ ਰੋਜ਼ ਦੀ ਆਰੰਭਤਾ ਅੰਮ੍ਰਿਤ ਵੇਲੇ ਤੋਂ ਹੁੰਦੀ ਹੈ ਤੇ ਡਾਕਟਰ ਸਾਹਿਬ ਜੀ ਦੇ ਮਾਤਾ ਪਿਤਾ ਨੇ ਅੰਮ੍ਰਿਤ ਵੇਲਾ ਇਕੱਠਿਆਂ ਬੈਠ ਕੇ ਕਰਨਾ ਤੇ ਮਾਤਾ ਜੀ ਨੇ ਬੜੇ ਪ੍ਰੇਮ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਣ ਕਰਾਉਣਾ, ਭਾਈ ਸਾਹਿਬ ਜੀ ਉਹਨਾਂ ਨੇ ਕਰਨਾ। ਕਦੇ ਵੀ ਕਹਿੰਦੇ ਡਾਕਟਰ ਸਾਹਿਬ ਦੱਸਦੇ ਕਿ ਮੈਂ ਉਹਨਾਂ ਨੂੰ ਆਪਸ ਵਿੱਚ ਹੀ ਝਗੜਦਿਆਂ ਜਾਂ ਉੱਚੀ ਬੋਲਦਿਆਂ ਕਦੇ ਨਹੀਂ ਸੀ ਆਪਣੇ ਸਮੇਂ ਵਿੱਚ ਤੱਕਿਆ। ਕਾਰਨ ਇਹੀ ਸੀ ਕਿ ਅੰਮ੍ਰਿਤ ਵੇਲੇ ਦੀ ਸੰਗਤ ਕਰਨੀ, ਨਾਮ ਬਾਣੀ ਦੀ ਸੰਗਤ ਕਰਨੀ ਤੇ ਉਹਦੇ ਨਾਲ ਪਰਸਪਰ ਗੁਰਸਿੱਖੀ ਵਾਲਾ ਪਿਆਰ ਅੰਦਰ ਜਾਗਦਾ ਸੀ। ਏਕ ਜੋਤ ਦੋਏ ਮੂਰਤੀ ਵਾਲਾ ਪਿਆਰ ਜਾਗਦਾ ਸੀ। ਤੇ ਇਹੀ ਕਾਰਨ ਹੈ ਸਾਡੇ ਗੁਰਸਿੱਖ ਪਰਿਵਾਰਾਂ ਵਿੱਚ ਕਲੇਸ਼ ਦਾ ਮੂਲ ਕਾਰਨ ਕਿ ਸਾਡੀ ਆਰੰਭਤਾ ਇਕੱਠਿਆਂ ਹੋ ਬੈਠ ਕੇ ਅੰਮ੍ਰਿਤ ਵੇਲੇ ਦੀ ਨਹੀਂ ਹੁੰਦੀ। ਅੰਮ੍ਰਿਤ ਵੇਲੇ ਨਾਮ ਬਾਣੀ ਦੀ ਸਾਂਝ ਸਾਡੀ ਘਟਦੀ ਜਾਂਦੀ ਹੈ, ਖਤਮ ਹੁੰਦੀ ਜਾਂਦੀ ਹੈ, ਜਿਹੜਾ ਮੂਲ ਕਾਰਨ ਡਾਕਟਰ ਸਾਹਿਬ ਵੀ ਦੱਸਦੇ ਹੁੰਦੇ ਸੀ। ਸੋ ਗੁਰਸਿੱਖ ਪਰਿਵਾਰਾਂ ਦੇ ਵਿੱਚ ਹਰ ਰੋਜ਼ ਦੀ ਆਰੰਭਤਾ ਅੰਮ੍ਰਿਤ ਵੇਲੇ ਤੋਂ ਹੋਣੀ ਚਾਹੀਦੀ ਹੈ। ਸਿਮਰਨ ਬਾਣੀ ਇਕੱਠੇ ਬੈਠ ਕੇ ਕਰਨਾ। ਡਾਕਟਰ ਸਾਹਿਬ ਤੇ ਇੱਦਾਂ ਦੇ ਕਹਿੰਦੇ, ਇੱਥੇ ਤੱਕ ਕਹਿੰਦੇ ਸੀ ਕਿ ਆਪਣੀ ਜਿਹੜੀ ਵਾਈਫ ਸਿੰਘਣੀ ਹੈ ਉਹਨੂੰ ਗੁਰਸਿੱਖਾਂ ਵਾਂਗੂ ਸੰਗਤ ਇੱਕ ਕਰੋ। ਜਿਸ ਤਰ੍ਹਾਂ ਗੁਰਸਿੱਖਾਂ ਦੀ ਸੰਗਤ ਅਸੀਂ ਚਾਅ ਨਾਲ ਕਰਦੇ ਹਾਂ, ਇੱਦਾਂ ਪਰਿਵਾਰ ਵਿੱਚ ਵੀ ਇੱਦਾਂ ਸੰਗਤ ਬਣਾਈ ਜਾਵੇ। ਜਿਨ੍ਹਾਂ ਪਰਿਵਾਰਾਂ ਦੇ ਵਿੱਚ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ, ਕਦੇ ਕਲੇਸ਼ ਨਹੀਂ ਹੁੰਦਾ। ਕਾਲ ਕਲੇਸ਼ ਗੁਰ ਸ਼ਬਦ ਨਿਵਾਰੇ। ਗੁਰੂ ਦੇ ਸ਼ਬਦ ਦੀ ਪ੍ਰਤਾਪ ਸਦਕਾ, ਗੁਰੂ ਸ਼ਬਦ ਦੇ ਸਿਮਰਨ ਦੀ ਬਰਕਤ ਦੇ ਨਾਲ ਸਾਰੇ ਕਾਲ ਕਲੇਸ਼ ਦੂਰ ਹੋ ਜਾਂਦੇ ਹਨ। ਸੋ ਇਹ ਨਿਤ ਜੀਵਨ ਦੇ ਵਿੱਚ ਇਹ ਸਾਨੂੰ ਰੂਟੀਨ ਘਰਾਂ ਦੇ ਵਿੱਚ ਬਣਾਉਣਾ ਚਾਹੀਦਾ ਹੈ। ਅੰਮ੍ਰਿਤ ਵੇਲੇ ਦਾ, ਸ਼ਾਮ ਨੂੰ ਵੀ ਸੋਦਰ ਵੇਲੇ ਇਕੱਠੇ ਬੈਠ ਕੇ ਜੇ ਸਮਾਂ ਲੱਗਦਾ ਹੋਵੇ, ਕੋਈ ਜੌਬ ਦੀਆਂ ਮਜਬੂਰੀਆਂ ਹੋਣ, ਕੋਈ ਵੱਖਰੀ ਗੱਲ ਹੈ। ਉਸ ਤੋਂ ਬਾਅਦ ਗ੍ਰਸਥ ਜੀਵਨ ਤੋਂ ਬਾਅਦ ਧਾਰਨ ਕਰਨ ਤੋਂ ਬਾਅਦ ਸਾਡਾ ਜ਼ਿੰਮੇਵਾਰੀ ਆਉਂਦੀ ਬੱਚਿਆਂ ਤੇ। ਅਕਾਲ ਪੁਰਖ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ, ਅੱਗੇ ਸੰਤਾਨ ਉਤਪਤੀ ਹੁੰਦੀ ਹੈ ਤੇ ਸਭ ਤੋਂ ਪਹਿਲਾ ਫਰਜ਼ ਹੈ ਗੁਰਸਿੱਖਾਂ ਦਾ ਆਪਣੇ ਬੱਚਿਆਂ ਨੂੰ ਜਿੰਨੀ ਜਲਦੀ ਹੋ ਸਕੇ ਬੱਚੇ ਦੇ ਜਨਮ ਤੋਂ ਬਾਅਦ ਅੰਮ੍ਰਿਤ ਦੀ ਦਾਤ, ਅੰਮ੍ਰਿਤ ਛਕਾਉਣਾ। ਅੰਮ੍ਰਿਤ ਛਕਾਉਣ ਤੋਂ ਬਾਅਦ ਦੇ ਵਿੱਚ ਬੱਚਿਆਂ ਨੂੰ ਜਿੱਦਾਂ ਜਿੱਦਾਂ ਵੱਡੇ ਹੁੰਦੇ ਆ ਗੁਰਸਿੱਖੀ ਵੱਲ ਆਉਣਾ, ਗੁਰਮੁਖੀ ਦੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਅਸੀਂ ਪੰਜਾਬੀ ਗੁਰਮੁਖੀ ਬੱਚਿਆਂ ਨੂੰ ਨਹੀਂ ਸਿਖਾਉਂਦੇ, ਅਸੀਂ ਆਪਣੇ ਵਿਰਸੇ ਨਾਲ ਨਹੀਂ ਜੁੜ ਸਕਦੇ।
ਅਸੀਂ ਆਪਣੇ ਇਤਿਹਾਸਾਂ ਨਾਲ ਨਹੀਂ ਜੁੜ ਸਕਦੇ, ਅਸੀਂ ਬਾਣੀ ਨਾਲ ਨਹੀਂ ਜੁੜ ਸਕਦੇ। ਹੁਣ ਅੱਜ ਕੱਲ੍ਹ ਬਹੁਤ ਬੱਚਿਆਂ ਕੋਲ ਸੁਣੀਦਾ ਆ ਕਿ ਜੋ ਭਾਈ ਸਾਹਿਬ ਜੀ ਦੀਆਂ ਪੁਸਤਕਾਂ ਆ ਉਹ ਪੜ੍ਹਦੇ ਸੁਣਦੇ ਆ ਅਤੇ ਸਾਨੂੰ ਉਹਦੀ ਸਮਝ ਨਹੀਂ ਆਉਂਦੀ। ਉਸ ਦਾ ਕਾਰਨ ਇਹੀ ਹੈ ਕਿ ਅਸੀਂ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਪੰਜਾਬੀ, ਆਪਣੀ ਮਾਂ ਬੋਲੀ ਗੁਰਮੁਖੀ ਨਾਲ ਜੋੜਦੇ ਨਹੀਂ, ਉਹਦੀ ਸਿੱਖਿਆ ਦੇਣੀ ਜੋ ਕਿ ਅਤੀ ਜ਼ਰੂਰੀ ਹੈ। ਇਸੇ ਨਾਲ ਹੀ ਅਸੀਂ ਆਪਣੀ ਗੁਰਸਿੱਖੀ ਨਾਲ ਜੋੜਦੇ ਹਾਂ। ਬਿਨਾਂ ਸ਼ੱਕ ਇਹ ਗੁਰਬਾਣੀ ਜਿਹੜੀ ਉਹ ਹੁਣ ਟ੍ਰਾਂਸਲੇਸ਼ਨ ਕਰਕੇ ਇੰਗਲਿਸ਼ ਵਿੱਚ ਹੋਰ ਭਾਸ਼ਾਵਾਂ ਦੇ ਵਿੱਚ ਲਿਖੀ ਗਈ ਹੈ, ਪਰ ਜਿੰਨਾ ਚਿਰ ਅਸੀਂ ਪੰਜਾਬੀ ਗੁਰਮੁਖੀ ਸਿੱਖ ਕੇ ਗੁਰਬਾਣੀ ਨਹੀਂ ਪੜ੍ਹਦੇ, ਸਾਡਾ ਉਚਾਰਨ ਪ੍ਰੋਨਾਂਸੀਏਸ਼ਨ ਜਿਹੜਾ ਉਹ ਬਿਲਕੁਲ ਸ਼ੁੱਧ ਨਹੀਂ ਹੋ ਸਕਦਾ। ਸੋ ਇਹ ਅਤਿਅੰਤ ਬਹੁਤ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਪੰਜਾਬੀ ਗੁਰਮੁਖੀ ਸਿਖਾਉਣੀ ਚਾਹੀਦੀ ਹੈ। ਅਤੇ ਜਿੱਦਾਂ ਜਿੱਦਾਂ ਬੱਚਾ ਵੱਡਾ ਹੁੰਦਾ ਆ, ਗੁਰਬਾਣੀ ਕੰਠ ਕਰਾਉਣੀ, ਕੀਰਤਨ ਦੀ ਸਿੱਖਿਆ ਦਿਵਾਉਣੀ, ਇਸੇ ਨਾਲ ਹੀ ਬੱਚਾ ਆਪਣੇ ਗੁਰਸਿੱਖੀ ਵਿਰਸੇ ਦੇ ਨਾਲ ਜੁੜਿਆ ਰਹਿੰਦਾ ਹੈ। ਇੱਕ ਕਮੀ ਪੇਸ਼ੀ ਸਾਡੇ ਵਿੱਚ ਜਿਹੜੀ ਆ ਰਹੀ ਦੱਸ ਉਹਦੇ ਵੀ ਧਿਆਨ ਦਿਵਾਉਣਾ ਚਾਹੁੰਦਾ ਸੀ ਕਿ ਆਨੰਦ ਕਾਰਜ ਤੋਂ ਬਾਅਦ ਬੱਚੇ ਤੇ ਬੱਚੀ, ਲੜਕੇ ਲੜਕੀ ਦਾ ਇੱਕ ਹੋਰ ਰੁਝੇਵਾਂ ਸਾਡੇ ਪਰਿਵਾਰਾਂ 'ਚ ਪੈਦਾ ਹੋ ਗਿਆ। ਉਹ ਕੀ ਹੈ? ਮਾਤਾ ਪਿਤਾ ਤੋਂ ਵੱਖਰੇ ਹੋਣ ਦਾ। ਗੁਰਬਾਣੀ ਵਿੱਚ ਵੀ ਆਇਆ ਆ, ਜਿਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਧਨ ਖਾੜ ਤੇ ਕਰ ਭੋਗ ਵਿਲਾਸਾ। ਮਾਂ ਆਪਣੇ ਗਰਭ ਵਿੱਚ ਬੱਚੇ ਦੀ ਪਾਲਣ ਪੋਸ਼ਣ ਕਰਦੀ, ਜਨਮ ਦਿੰਦੀ ਆ ਬੜੇ ਕਸ਼ਟ ਚੱਲ ਕੇ, ਤੇ ਬੜੇ ਪਿਆਰ ਨਾਲ ਬੱਚੇ ਨੂੰ ਲਾਡ ਲਡਾਉਂਦੀ, ਵੱਡਾ ਕਰਦੀ। ਕੀ ਆਸਾ ਲੈ ਕੇ? ਵੱਡਾ ਹੋਏ ਧਨ ਖਾੜ ਦੇ ਕਰ ਭੋਗ ਵਿਲਾਸਾ। ਵੱਡਾ ਹੋਵੇਗਾ, ਧਨ ਖੱਟੇਗਾ, ਸਾਡੇ ਬਿਰਧ ਅਵਸਥਾ ਵਿੱਚ ਸਾਡਾ ਆਸਰਾ ਬਣੇਗਾ। ਪਰ ਅੱਜ ਕੱਲ੍ਹ ਇਹ ਜਿਹੜਾ ਰਵਾਇਤ ਬਣ ਗਈ ਆ, ਬਸ ਆਨੰਦ ਕਾਰਜ ਹੁੰਦਿਆਂ ਹੀ ਬਹੁਤੇ ਜਿਹੜੇ ਬੱਚੇ ਬੱਚੀ ਉਹ ਮਾਤਾ ਪਿਤਾ ਤੋਂ ਵੱਖਰੇ ਹੋ ਜਾਂਦੇ ਹਨ। ਸੇਵਾ ਕਰਨੀ ਤੇ ਦੂਰ ਦੀ ਗੱਲ ਹੈ, ਪਰ ਮਾਤਾ ਪਿਤਾ ਸਤਿਕਾਰ ਤੋਂ ਵੀ ਤਰਸਦੇ ਹਨ। ਇਹ ਇੱਕ ਰੁਝੇਵਾਂ ਬੜਾ ਅਫਸੋਸਜਨਕ ਹੈ। ਮਾਤਾ ਪਿਤਾ ਦੀ ਸੇਵਾ ਕਰਨੀ ਇਹ ਗੁਰਮਤਿ ਦਾ ਇੱਕ ਸੁਨਹਿਰੀ ਅਸੂਲ ਹੈ। ਸਤਿਕਾਰ ਕਰਨਾ ਇੱਕ ਸੁਨਹਿਰੀ ਅਸੂਲ ਹੈ। ਸੋ ਇਹ ਕੁਝ ਗੱਲਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਿਹੜੀਆਂ ਗੁਰਮਤਿ ਅਨੁਸਾਰ ਸਾਡੇ ਗ੍ਰਸਥ ਜੀਵਨ 'ਚ ਰਹਿੰਦਿਆਂ ਹੋਇਆਂ ਸਾਨੂੰ ਅਪਣਾਉਣੀਆਂ ਬਹੁਤ ਜ਼ਰੂਰੀ ਹੈ। ਅਤੇ ਸਭ ਤੋਂ ਉੱਤਮ ਕਰਮ, ਉੱਤਮ ਹੁਕਮਨ ਸਰ ਹੁਕਮ ਤਾਂ ਇਹੀ ਹੈ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਗੁਰਮਤਿ ਕਮਾਉਣੀ। ਜੇਕਰ ਪਰਿਵਾਰ ਦੇ ਮੋਹ ਵਿੱਚ ਅਕਾਲ ਪੁਰਖ ਦਾ ਨਾਮ ਵਿਸਰ ਜਾਂਦਾ, ਉਹ ਮੋਹ ਹੈ। ਪਰ ਜਦੋਂ ਅਸੀਂ ਪਰਿਵਾਰ ਵਿੱਚ ਬੈਠ ਕੇ ਨਾਮ ਬਾਣੀ ਦੀ ਸਾਂਝ ਪਾਉਂਦੇ ਹਾਂ ਤਾਂ ਉਹਦੇ ਵਿੱਚ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ, ਪੁੱਤਾਂ, ਭਾਈਆਂ, ਉਹ ਪਰਿਵਾਰ ਵਿੱਚ ਮੋਹ ਜਿਹੜਾ ਉਹ ਪ੍ਰਵਾਨ ਹੈ, ਜਿਹਦੇ ਵਿੱਚ ਅਕਾਲ ਪੁਰਖ ਜੀ ਦਾ ਨਾਮ ਨਾ ਵਿਸਰੇ। ਐਸੇ ਪਿਆਰ ਨੂੰ ਅਪਣਾਉਂਦਿਆਂ ਹੋਇਆਂ ਅਸੀਂ ਸਫਲ ਗ੍ਰਸਥ ਜੀਵਨ ਧਾਰਨ ਕਰਨਾ ਹੈ। ਜੈਸੇ ਆਪ ਜੀ ਨੇ ਪੜ੍ਹਿਆ ਹੈ ਰੰਗਲੇ ਸੱਜਣਾਂ ਵਿੱਚ ਬਹੁਤਾ ਜੀਵਨ, ਕਿ ਕਿਸ ਤਰ੍ਹਾਂ ਗੁਰਸਿੱਖਾਂ ਪਰਿਵਾਰਾਂ ਵਿੱਚ ਦੋਨਾਂ ਪਤੀ ਪਤਨੀ ਦਾ ਅਥਾਹ ਪਿਆਰ ਹੁੰਦਾ ਹੈ। ਮਿਲ ਬੈਠ ਕੇ ਆਪਸ ਵਿੱਚ ਹੀ ਅੰਮ੍ਰਿਤ ਵੇਲਾ ਕਰਦੇ, ਨਾਮ ਬਾਣੀ ਦੀ ਸਾਂਝ ਕਰਦੇ ਹੈ। ਸਾਰੇ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਸਾਂਝੀਵਾਲ ਬਣਦੇ ਹਨ, ਇੱਕ ਦੂਜੇ ਨੂੰ ਸਮਝਦੇ ਹਨ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਗੁਰਸਿੱਖੀ ਕਮਾਉਣੀ, ਪਰ ਪਰਿਵਾਰ ਨੂੰ ਤਿਆਗਣਾ ਨਹੀਂ ਹੈ। ਪਰਿਵਾਰਕ ਦੇ ਵਿੱਚ ਰਹਿੰਦਿਆਂ ਹੋਇਆਂ ਧਰਮ ਦੀ ਕਿਰਤ ਕਰਨੀ। ਧਰਮ ਦੀ ਕਿਰਤ ਦਾ ਭਾਵ ਹੈ ਇਮਾਨਦਾਰੀ ਨਾਲ ਸ਼ੁਭ ਕਿਰਤ ਕਰਨੀ। ਬੇਈਮਾਨੀ ਦੀ, ਝੂਠ ਬੋਲ ਕੇ ਜਾਂ ਹੋਰ ਕਿਸੇ ਤਰ੍ਹਾਂ ਦਾ ਪੈਸਾ ਕਮਾਇਆ ਲਿਆ ਕੇ ਪਰਿਵਾਰ ਵਿੱਚ ਨੂੰ ਪਾਲਣਾ, ਉਹ ਪਰਿਵਾਰ ਦੀ ਸੁਰਤੀ ਬਿਰਤੀ ਖਰਾਬ ਕਰਨ ਵਾਲੀ ਗੱਲ ਹੈ। ਧਰਮ ਦੀ ਕਿਰਤ ਕਰਨੀ ਤੇ ਧਰਮ ਦੀ ਕਿਰਤ ਕਰਦਿਆਂ ਹੋਇਆਂ ਵਿੱਚੋਂ ਦਸਵੰਧ ਕੱਢਣਾ, ਭਾਵ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਜਿਹੜਾ ਉਹ ਧਰਮ ਕਾਰਜਾਂ ਵਾਸਤੇ ਖਰਚਣਾ। ਇੱਕ ਹੋਰ ਆਪ ਜੀ ਨਾਲ ਸਾਂਝੀ ਪਾਉਣਾ ਚਾਹੁੰਦਾ ਸੀ, ਜੋ ਸਾਡੇ ਗੁਰਸਿੱਖ ਪਰਿਵਾਰਾਂ ਵਿੱਚ ਜਿਹੜੀ ਉਹ ਮੈਂ ਕਰਾਂਗਾ ਬੁਰਾਈ ਦਾ ਵਾਧਾ ਹੋ ਰਿਹਾ, ਉਹ ਹੈ ਡਾਈਵੋਰਸ।
ਜਿਸ ਤਰ੍ਹਾਂ ਆਪ ਜੀ ਨੂੰ ਭਾਈ ਸਾਹਿਬ ਰੰਗਲੇ ਸੱਜਣ ਡਾਕਟਰ ਸਿੰਦਰ ਸਿੰਘ ਜੀ ਹੋਣਾ ਦੇ ਬਚਨ ਆਪ ਜੀ ਨਾਲ ਸਾਂਝੇ ਕੀਤੇ ਹੈ ਕਿ ਉਹ ਸਾਰੇ ਪਰਿਵਾਰਾਂ ਨੂੰ ਪਿਆਰ ਨਾਲ ਰਹਿਣ ਦਾ ਉਪਦੇਸ਼ ਕਰਦੇ ਹੁੰਦੇ ਸੀ, ਛੋਟੀਆਂ ਛੋਟੀਆਂ ਗੱਲਾਂ ਵਿੱਚ ਉਲਝਣ ਤੋਂ ਵਰਜਦੇ ਹੁੰਦੇ ਸੀ। ਪਰ ਅੱਜ ਕੱਲ੍ਹ ਬੱਚਿਆਂ ਵਿੱਚ ਛੋਟੀਆਂ ਛੋਟੀਆਂ ਗੱਲਾਂ ਤੋਂ ਦੂਰੀਆਂ ਪੈ ਜਾਂਦੀਆਂ, ਕਲੇਸ਼ ਹੋ ਜਾਂਦਾ ਅਤੇ ਕਲੇਸ਼ ਹੋਣ ਤੋਂ ਬਾਅਦ ਦੇ ਵਿੱਚ ਫਿਰ ਤਲਾਕ ਤੱਕ ਗੱਲ ਪਹੁੰਚਦੀ ਹੈ। ਗੁਰਮਤ ਵਿੱਚ ਪਾਤਸ਼ਾਹ ਜੀ ਨੇ ਸਿਰਫ ਆਨੰਦ ਕਾਰਜ ਸਾਨੂੰ ਬਖਸ਼ਿਸ਼ ਕੀਤਾ, ਤਲਾਕ ਨੂੰ ਕੋਈ ਥਾਂ ਨਹੀਂ ਦਿੱਤਾ। ਈਵਨ ਤੁਸੀਂ ਇਹ ਸਮਝ ਲਓ ਕਿ ਡਾਈਵੋਰਸ ਦਾ ਜੇ ਕੋਈ ਕਹੇ ਪੰਜਾਬੀ 'ਚ ਕਹਿੰਦੇ, ਪੰਜਾਬੀ 'ਚ ਕੋਈ ਲਫ਼ਜ਼ ਹੀ ਨਹੀਂ ਹੈਗਾ। ਗੁਰਮਤ 'ਚ ਕੇਵਲ ਆਨੰਦ ਕਾਰਜ ਹੈ। ਅਸੀਂ ਰੋਜ਼ ਅਰਦਾਸ ਵਿੱਚ ਇਹ ਬਚਨ ਪੜ੍ਹਦੇ ਹਾਂ, ਜਿਨ੍ਹਾਂ ਨੇ ਦੇਖ ਸੁਣ ਕੇ ਅੰਡਿਠ ਕੀਤਾ ਤਿਨਾਂ ਦੀ ਕਮਾਈ ਧਨ ਹੈ। ਤੇ ਪਰ ਅੱਜ ਕੱਲ੍ਹ ਇੱਕ ਦੂਜੇ ਦੀ ਗੱਲ ਨੂੰ ਅਣਸੁਣੀ ਕਰ ਦੇਣਾ, ਇਹ ਸਾਡੇ 'ਚ ਗੁਣ ਜਿਹੜਾ ਉਹ ਵਿਸਰ ਗਿਆ, ਜਿਹਦੇ ਨਾਲ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਝਗੜੇ ਸ਼ੁਰੂ ਹੋ ਗਏ ਤੇ ਝਗੜਿਆਂ ਤੋਂ ਡਾਈਵੋਰਸ ਤੱਕ ਗੱਲ ਪਹੁੰਚਦਾ ਤਲਾਕ। ਇਹ ਬੜੀ ਹੀ ਅਫਸੋਸਜਨਕ ਗੱਲ ਹੈ। ਦੇਖੋ, ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਦੋਂ ਗੁਰਸਿੱਖ ਜਿਸ ਦਾ ਆਨੰਦ ਕਾਰਜ ਹੁੰਦਾ, ਲਾਵਾਂ ਪੜ੍ਹੀਆਂ ਜਾਂਦੀਆਂ, ਕੀਰਤਨ ਹੁੰਦਾ ਆ, ਪਰਿਕਰਮਾ ਕਰਦੇ ਆ। ਪਰਿਕਰਮਾ ਕਰਨ ਦਾ ਭਾਵ ਹੈ ਕਿ ਗੁਰੂ ਪਾਤਸ਼ਾਹ ਜੀ ਦ੍ਰਿੜਾਇਆ ਜਿਹੜਾ ਉਪਦੇਸ਼ ਸਿੱਖਿਆ ਹੈ, ਉੱਤੇ ਸਾਰੀ ਉਮਰ ਚੱਲਦੇ ਰਹਿਣ ਦਾ ਪ੍ਰਣ ਕਰਦੇ ਹਾਂ ਅਸੀਂ। ਸਾਰੀ ਉਮਰ ਭਰ ਲਈ ਇਹ ਸਾਡੀ ਉਮਰ ਦੀ ਸਾਂਝ ਹੈ, ਸਾਡੇ ਅਖੀਰਲੇ ਸਵਾਸਾਂ ਤੱਕ ਦੀ ਸਾਂਝ ਹੈ। ਪਰ ਅਸੀਂ ਉਸ ਗੱਲ ਨੂੰ ਭੁੱਲ ਜਾਂਦੇ ਹਾਂ। ਗੁਰੂ ਸਾਹਿਬ ਦੀ ਹਜ਼ੂਰੀ 'ਚ ਕੀਤੇ ਆਨੰਦ ਕਾਰਜ ਨੂੰ, ਜਿੱਥੇ ਸਤ ਸੰਗਤ ਵੀ ਹਾਜ਼ਰ ਹੈ, ਸਭਨਾਂ ਦੀ ਇੱਕ ਤਰ੍ਹਾਂ ਦੀ ਅਰਦਾਸ ਹੁੰਦੀ ਹੈ, ਤੇ ਅਸੀਂ ਉਸ ਅਰਦਾਸ ਨੂੰ ਭੁੱਲ ਕੇ ਕੋਰਟਾਂ ਵਿੱਚ ਚਲੇ ਜਾਂਦੇ ਹਾਂ ਤਲਾਕ ਤੱਕ ਲੈਣ ਵਾਸਤੇ। ਤੇ ਇਹ ਬਹੁਤ ਹੀ ਅਫਸੋਸ ਦੀ ਗੱਲ ਹੈ। ਸੋ ਇਹਦਾ ਮੂਲ ਕਾਰਨ ਫਿਰ ਉੱਥੇ ਹੀ ਆਈਏ, ਉਹੀ ਹੈ ਕਿ ਜਦੋਂ ਸਾਡੇ ਵਿੱਚ ਨਾਮ ਬਾਣੀ ਦੀ ਸਾਂਝ ਨਹੀਂ, ਅੰਮ੍ਰਿਤ ਵੇਲੇ ਦੀ ਸਾਂਝ ਨਹੀਂ, ਉਹਦਾ ਕਾਰਨ ਹੀ ਹੁੰਦਾ ਹੈ ਕਿ ਸਾਡੇ ਵਿੱਚ ਕਲੇਸ਼ ਹੁੰਦੇ ਸ਼ੁਰੂ ਹੋ ਜਾਂਦੇ ਹਨ। ਤੇ ਇਹ ਕਲੇਸ਼ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਹੈ, ਕਲ ਕਲੇਸ਼ ਗੁਰ ਸ਼ਬਦ ਨਿਵਾਰੇ। ਪਰਸਪਰ ਪਿਆਰ ਨਾਲ ਰਹਿਣਾ। ਇਸੇ ਤਰ੍ਹਾਂ ਪਰਸਪਰ ਪਿਆਰ ਵਿੱਚ ਰਹਿੰਦਿਆਂ ਹੋਇਆਂ, ਗੁਰਮਤਿ ਕਰਮਾਉਂਦਿਆਂ, ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਆਏ ਗਏ ਗੁਰਸਿੱਖਾਂ ਦੀ ਸੇਵਾ ਕਰਨੀ। ਇਹ ਵੀ ਇੱਕ ਗੁਰਮਤ ਦਾ ਸੁਨਹਿਰੀ ਅਸੂਲ ਹੈ। ਆਏ ਗੁਰਮੁਖਾਂ ਦੀ ਨਿਮਰਤਾ ਸਹਿਤ ਸੇਵਾ ਕਰਨੀ। ਤੇ ਇੱਥੇ ਵੀ ਇੱਕ ਗੱਲ ਧਿਆਨ ਰੱਖਣ ਯੋਗ ਹੈ ਕਿ ਜਦੋਂ ਅਸੀਂ ਗੁਰਮੁਖਾਂ ਦੀ ਆਇਆਂ ਦੀ ਘਰ ਸੇਵਾ ਕਰਦੇ ਹਾਂ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹਾਂ, ਅਸੀਂ ਕਈ ਵਾਰ ਕਹਿੰਦੇ ਕਿ ਰਹਿਤ ਵਿੱਚ ਵਿਵੇਕੀ ਪ੍ਰਸ਼ਾਦਾ ਹੈ। ਵਿਵੇਕ ਦਾ ਪ੍ਰਸ਼ਾਦਾ ਉਹ ਹੈ ਕਿ ਜਦੋਂ ਅਸੀਂ ਪ੍ਰਸ਼ਾਦਾ ਤਿਆਰ ਕਰਨਾ ਆ ਤਾਂ ਸਾਡੇ ਮੁੱਖ ਵਿੱਚ, ਸਾਡੇ ਹਿਰਦੇ ਵਿੱਚ ਗੁਰਬਾਣੀ ਹੋਵੇ, ਨਾ ਕਿ ਕੋਈ ਨਿੰਦਿਆ ਚੁਗਲੀ ਵਾਲੀ ਗੱਲ ਹੋਵੇ, ਨਾ ਕਿ ਕ੍ਰੋਧ ਵਿੱਚ ਆ ਕੇ ਪ੍ਰਸ਼ਾਦਾ ਤਿਆਰ ਕੀਤਾ ਹੋਵੇ। ਡਾਕਟਰ ਸਾਹਿਬ ਜੀ ਲਿਖਦੇ ਹਨ, ਜਿਸ ਪਰਿਵਾਰ ਦੇ ਵਿੱਚ ਕਲੇਸ਼ ਰਹਿੰਦਾ ਆ, ਉਹ ਤੋਂ ਵੱਡਾ ਹੋਰ ਕੋਈ ਨਰਕ ਦੇਖਣ ਵਾਲੀ ਇੱਕ ਲੋੜ ਨਹੀਂ, ਭਾਵ ਉਹੀ ਨਰਕ ਵਾਲਾ ਹੀ ਥਾਂ ਹੁੰਦਾ ਹੈ। ਸੋ ਗੁਰਸਿੱਖਾਂ ਦੀ ਸੇਵਾ ਕਰਨੀ, ਜਦੋਂ ਅਸੀਂ ਪ੍ਰਸ਼ਾਦਾ ਪਾਣੀ ਵੀ ਤਿਆਰ ਕਰਦੇ ਹਾਂ, ਉਹ ਵੀ ਬਾਣੀ ਨਾਲ ਜੁੜ ਕੇ ਹੀ ਕਰਨਾ ਚਾਹੀਦਾ, ਤਾਂ ਕਿ ਜਿਸ ਤਰ੍ਹਾਂ ਦਾ ਅਸੀਂ ਪ੍ਰਸ਼ਾਦਾ ਬਿਰਤੀ ਨਾਲ ਤਿਆਰ ਕਰਾਂਗੇ, ਉਹਦਾ ਅਸਰ ਛਕਣ ਵਾਲੇ 'ਤੇ ਹੁੰਦਾ ਹੈ। ਕਿਸੇ ਐਸਾ ਨਾ ਹੋਵੇ ਕਿ ਐਸੇ ਗੁਰਮੁਖ ਪਿਆਰੇ ਨੂੰ ਇੱਦਾਂ ਦਾ ਪ੍ਰਸ਼ਾਦਾ ਛਕਾਈਏ, ਸਾਡੀ ਬਿਰਤੀ ਉਦੋਂ ਕ੍ਰੋਧ ਵਾਲੀ ਹੋਵੇ ਜਾਂ ਕਿਸੇ ਨਾਲ ਨਿੰਦਿਆ ਕਰਦੇ ਹੋਈਏ, ਉਹਦਾ ਅਸਰ ਛਕਣ ਵਾਲੇ 'ਤੇ ਪਵੇ। ਸੋ ਇਹ ਵੀ ਇੱਕ ਗੁਰਮਤ ਦਾ ਸੁਨਹਿਰੀ ਅਸੂਲ ਹੈ। ਸੋ ਦਸਵੰਧ ਦੀ ਆਪਾਂ ਵਿਚਾਰ ਕੀਤੀ ਹੈ, ਪਰਸਪਰ ਅੰਮ੍ਰਿਤ ਵੇਲੇ ਦੀ ਸਾਂਝ, ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੀ ਸਾਂਝ, ਬੱਚਿਆਂ ਨੂੰ ਛੇਤੀ ਛੇਤੀ ਅੰਮ੍ਰਿਤ ਛਕਾਉਣਾ, ਜਾਤ ਪਾਤ ਦੇ ਬੰਧਨਾਂ ਤੋਂ ਉੱਚੇ ਉੱਠਣਾ, ਗਰੀਬੀ ਅਮੀਰੀ ਦੇ ਫਰਕ ਤੋਂ ਉੱਚੇ ਉੱਠਣਾ, ਕਾਲੇ ਗੋਰੇ ਦੇ ਭੇਦਭਾਵ ਨੂੰ ਆਪਣੇ ਮਨ ਨੂੰ ਉੱਚਾ ਰੱਖਣਾ। ਇਹ ਸਾਰਾ ਕੁਝ ਤਾਂ ਹੀ ਹੋ ਸਕਦਾ ਹੈ ਕਿ ਜੇ ਅਸੀਂ ਸਭਨਾਂ ਦੇ ਵਿੱਚ ਨਾਮ ਸਿਮਰਨ ਦੁਆਰਾ ਅਕਾਲ ਪੁਰਖ ਦੀ ਜੋਤ ਹੀ ਦੇਖੀਏ, ਸਮਝੀਏ ਕਿ ਸਭਨਾਂ ਵਿੱਚ ਅਕਾਲ ਪੁਰਖ ਦੀ ਜੋਤ ਹੈ। ਇਹ ਸਰੀਰ ਜਿਹੜਾ ਆ, ਇਹ ਤੇ ਇੱਕ ਦਿਨ ਮਿੱਟੀ ਹੋ ਜਾਣਾ, ਚਾਹੇ ਇਹ ਸੁੰਦਰ ਹੈ, ਚਾਹੇ ਇਹਦੀ ਸਰੀਰਕ ਸੁੰਦਰਤਾ ਨਹੀਂ ਹੈ, ਸਭਨਾਂ ਇਹ ਸਰੀਰਾਂ ਨੇ ਮਿੱਟੀ 'ਚ ਹੀ ਮਿਲ ਜਾਣਾ ਅਖੀਰ ਦੇ ਵਿੱਚ, ਕਿਸੇ ਨੇ ਸਥਿਰ ਨਹੀਂ ਰਹਿਣਾ। ਸੋ ਇਹ ਸਰੀਰਾਂ ਨਾਲ ਅਸੀਂ ਨਹੀਂ ਜੁੜਨਾ, ਅਸੀਂ ਅੰਦਰ ਗੁਰਸਿੱਖੀ ਦੀ ਸਾਂਝ ਸਭਨਾਂ ਨਾਲ ਪਾਉਣੀ ਹੈ, ਗੁਰਸਿੱਖੀ ਨੂੰ ਮੁੱਖ ਰੱਖਣਾ ਹੈ।
ਗੁਰਸਿੱਖੀ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਜੀ ਦੇ ਪਰਾਇਣ ਹੋ ਕੇ ਸਾਰਾ ਗ੍ਰਸਤੀ ਜੀਵਨ ਬਤੀਤ ਕਰਨਾ ਹੈ। ਤੇ ਇਸ ਗ੍ਰਸਤੀ ਜੀਵਨ ਨੂੰ ਸਫਲ ਜੀਵਨ ਇਹੀ ਕਿਹਾ ਜਾਂਦਾ। ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨਾ। ਬਸ ਸਫਲ ਜੀਵਨ ਇਹੀ ਹੈ ਜਦੋਂ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਅਕਾਲ ਪੁਰਖ ਜੀ ਦਾ ਨਾਮ ਚਿੱਤ ਆਵੇ, ਤਾਂ ਹੀ ਇਸ ਗ੍ਰਸਤ ਨੂੰ ਸਫਲ ਜੀਵਨ ਕਿਹਾ ਜਾ ਸਕਦਾ ਹੈ। ਜੇਕਰ ਅਕਾਲ ਪੁਰਖ ਜੀ ਦੇ ਸਿਮਰਨ ਤੋਂ ਬਿਨਾਂ ਅਸੀਂ ਸਾਰੇ ਭਾਵੇਂ ਕਾਰਜ ਬੜੀ ਸੂਝਵਾਨਤਾ ਨਾਲ ਕਰਦੇ ਹੋਈਏ, ਸਾਰਾ ਪ੍ਰਬੰਧ ਕਰਦਾ, ਪਰ ਉਹ ਇੱਕ ਮੋਹ ਹੈ ਜਿਹਦੇ ਵਿੱਚ ਅਕਾਲ ਪੁਰਖ ਜੀ ਦਾ ਨਾਮ ਵਿਸਰ ਜਾਵੇ। ਸੋ ਜਿਹੜਾ ਮੁੱਖ ਕਰਮ ਹੈ ਉਹ ਅਕਾਲ ਪੁਰਖ ਜੀ ਦਾ ਹੈ, ਨਾਮ ਸਿਮਰਨ ਬੰਦਗੀ। ਤੇ ਇਸੇ ਤਰ੍ਹਾਂ ਹੀ ਗੁਰਸਿੱਖਾਂ ਦੀ ਸੇਵਾ ਦੀ ਗੱਲ ਹੋਈ, ਗੁਰਮਤਿ ਦੀ ਸਾਂਝ ਦੀ ਗੱਲ ਹੋਈ, ਬੱਚਿਆਂ ਨੂੰ ਪੜ੍ਹਾਈ ਦੀ ਪੰਜਾਬੀ ਗੁਰਮੁਖੀ ਦੀ ਸਾਂਝ ਹੋਈ। ਇਹ ਸਾਰੇ ਅਸੂਲ ਅਸੀਂ ਘਰਾਂ ਵਿੱਚ ਅਪਣਾਉਣ ਦਾ ਉਪਰਾਲਾ ਕਰਦੇ ਰਹਿਣਾ ਚਾਹੀਦਾ ਸਾਨੂੰ। ਇਸ ਤੋਂ ਇਲਾਵਾ ਜੋ ਵੀ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਹਨ, ਜੋ ਵੀ ਉਪਦੇਸ਼ ਸਾਨੂੰ ਅੰਮ੍ਰਿਤ ਛਕਣ ਵੇਲੇ ਪੰਜਾਂ ਪਿਆਰਿਆਂ ਗੁਰੂ ਸਰੂਪ ਵੱਲੋਂ ਸਾਨੂੰ ਹੁੰਦੇ ਹਨ, ਰਹਿਤ ਰੱਖਣ ਦੇ, ਨਾਮ ਦੀ ਕਮਾਈ ਦੇ, ਆਪਣੇ ਸਾਦਾ ਜੀਵਨ ਦੇ, ਸਾਦਾ ਰਹਿਣ ਸਹਿਣ ਦੇ, ਉਹ ਸਾਰੇ ਹੀ ਅਸੀਂ ਆਪਣੇ ਗ੍ਰਸਤ ਜੀਵਨ ਵਿੱਚ ਲਾਗੂ ਕਰਨ ਦਾ ਉਪਰਾਲਾ ਕਰਦੇ ਰਹਿਣਾ ਚਾਹੀਦਾ। ਤਾਂ ਹੀ ਸਾਨੂੰ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਮਿਲ ਸਕਦੀਆਂ ਹਨ।